किसान जो संघर्ष के दौरान जिंदगी लेखे ला गए सी ਜਾਂ ਉਹਨਾਂ ਦੀ ਮਦਦ ਦੇ ਵਾਸਤੇ ਜਿਹੜੇ ਵੀਰ ਉੱਥੇ ਪਹੁੰਚੇ ਹੋਏ ਸਨ, ਉਹਨਾਂ ਦੇ ਵਿੱਚੋਂ ਕੁਝ ਪਰਿਵਾਰ ਜਿਹੜੇ ਨੇ ਉਹਨਾਂ ਨੂੰ ਅੱਜ ਸੇਵਾ ਭੇਟ ਕਰਨ ਦੇ ਵਾਸਤੇ ਇੰਗਲੈਂਡ ਤੋਂ ਸਿੰਘ ਸਭਾ ਬਾਰਕਿੰਗ ਦੇ ਫੁੱਟਬਾਲ ਕਲੱਬ ਦੀ ਟੀਮ ਇੱਥੇ ਆਈ ਹੋਈ ਹੈ। ਸੋ ਅੱਜ ਦਾ ਇਹ ਸਾਰਾ ਹਾਲ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ। ਸ਼ਾਇਦ ਤੁਹਾਨੂੰ ਯਾਦ ਹੋਏਗਾ ਇਹ ਭਿੰਡਰ ਕਲਾਂ ਦੇ ਵਿੱਚ ਮੱਖਣ ਖਾਂ ਉਹਨਾਂ ਦਾ ਘਰ ਹੈ ਇੱਧਰ, ਅਤੇ ਇਹ ਵੀ ਪਰਿਵਾਰ ਕਾਫੀ ਜ਼ਿਆਦਾ ਲੋੜਵੰਦ, ਬੱਚੇ ਅਜੇ ਛੋਟੇ ਸੀ, ਇੱਕ ਹੀ ਬੇਟਾ ਥੋੜ੍ਹਾ ਵੱਡਾ, ਬਾਕੀ ਦੋ ਛੋਟੇ। ਅਤੇ ਇਸ ਵਕਤ ਇਹਨਾਂ ਦੇ ਪਰਿਵਾਰ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ। ਸੋ ਇੱਥੋਂ ਦੇ ਨਗਰ ਦੇ ਪਤਵੰਤੇ ਅਤੇ ਨਾਲ ਸਿੰਘ ਸਭਾ ਬਾਰਕਿੰਗ ਫੁੱਟਬਾਲ ਕਲੱਬ ਦੇ ਸਾਰੇ ਵੀਰ, ਢਿੱਲੋਂ ਸਾਹਿਬ ਅਤੇ ਉਹਨਾਂ ਦੀ ਸਾਰੀ ਟੀਮ ਆਏ ਹੋਏ ਨੇ ਇੱਧਰ। ਸੋ ਅਸੀਂ ਥੋੜ੍ਹੀ ਜਿਹੀ ਗੱਲਬਾਤ ਪਹਿਲਾਂ ਢਿੱਲੋਂ ਸਾਹਿਬ ਜੀ ਨਾਲ ਕਰਦੇ ਹਾਂ। ਕਿਵੇਂ ਢਿੱਲੋਂ ਸਾਹਿਬ ਇਹ ਜਿਹੜਾ ਅੱਜ ਦੀ ਸੇਵਾ ਦਾ ਜਿਹੜਾ ਪ੍ਰੋਗਰਾਮ ਬਣਿਆ, ਇਹਦੇ ਬਾਰੇ ਥੋੜ੍ਹੀ ਜਾਣਕਾਰੀ ਸਾਡੇ ਨਾਲ ਸਾਂਝੀ। ਹਾਂਜੀ, ਦੇਖੋ ਜੀ, ਅਸੀਂ ਆਪਣੇ ਉੱਧਰ ਫੁੱਟਬਾਲ ਕਲੱਬ ਤਾਂ ਬਹੁਤ ਚਿਰਾਂ ਦਾ ਚੱਲਦਾ ਆ, ਕਰੀਬ 1965 ਦੇ ਲਾਗੇ ਉਸ ਟਾਈਮ ਤੋਂ ਚੱਲਦਾ ਹੈ, ਅਤੇ ਆਪਣੇ ਗੁਰਦੁਆਰੇ ਵਾਸਤੇ ਟੀਮ ਖੇਡਦੀ ਆ। ਅਤੇ ਇਸ ਵੇਲੇ ਵੀ ਆਪਣੇ ਪਿਛਲੇ ਹਫਤੇ ਦੀ ਗੱਲ ਆ, ਆਪਣੀ ਜਿਹੜੀ ਟੀਮ ਆ ਉਹ ਲੀਗ ਦੇ ਵਿੱਚ ਚੈਂਪੀਅਨਸ, ਉਹਨਾਂ ਨੂੰ ਕੱਪ ਮਿਲ ਗਿਆ। ਅਤੇ ਹੁਣ ਉਹਨਾਂ ਨੇ ਅਸੀਂ ਸਾਰਿਆਂ ਨੇ ਉਪਰਾਲਾ ਕੀਤਾ ਸੀਗਾ, ਜਿਹੜੇ ਵੈਟਰਨਸ ਹੈਗੇ ਆ, ਅਸੀਂ ਸਾਡੇ ਸਿਆਣੇ ਜਿਹੜੇ ਹੈਗੇ ਆ, ਵੀ ਆਪਾਂ ਕੁਛ ਨਾ ਕੁਛ ਮੋਰਚੇ ਵਾਸਤੇ ਕਰੀਏ। ਉਸ ਵੇਲੇ ਸੇਵਾ ਭੇਜਦੇ ਸੀਗੇ ਅਤੇ ਡਾਇਰੈਕਟਲੀ ਅਸੀਂ ਸੇਵਾ ਉੱਥੇ ਭੇਜਦੇ ਰਹੇ ਹਾਂ। ਫਿਰ ਬਾਅਦ ਦੇ ਵਿੱਚ ਇਹਨਾਂ ਨੇ ਗੌਰਮੈਂਟ ਨੇ ਜਦੋਂ ਪਾਬੰਦੀ ਲਾਤੀ, ਜੇ ਬੰਦਿਆਂ ਕੋਲ ਪੈਸੇ ਜਾਂਦੇ ਆ ਉਹਨਾਂ ਨੂੰ ਰੁਕਾਵਟ ਪੈਂਦੀ ਸੀਗੀ। ਫਿਰ ਉਹਦੇ ਆਪਾਂ ਸਿੱਖ ਏਡ ਦੇ ਥਰੂ 4 ਲੱਖ ਉਦੋਂ ਵੀ ਭੇਜਿਆ ਸੀਗਾ। ਅਤੇ ਹੁਣ ਅਸੀਂ ਕਿਹਾ ਵੀ ਜਦੋਂ ਇੱਥੇ ਆਵਾਂਗੇ ਅਤੇ ਡਾਇਰੈਕਟਲੀ ਫੈਮਲੀਜ਼ ਜਿਨ੍ਹਾਂ ਨੂੰ ਦੇਖੋ ਜੀ, ਮੋਰਚਾ ਤਾਂ ਜ਼ਰੂਰ ਖਤਮ ਹੋ ਗਿਆ, ਖਤਮ ਨਹੀਂ ਹਾਲੇ, ਚਲੋ ਚੱਲਦਾ ਹੀ ਰਹਿਣਾ ਆ, ਪਰ ਜਿਹੜੇ ਪਰਿਵਾਰਾਂ ਦੇ ਮੈਂਬਰ ਚਲੇ ਗਏ ਆ ਨਾ, ਉਹਨਾਂ ਵਾਸਤੇ ਤਾਂ ਹਮੇਸ਼ਾ ਇਹੋ ਮੁਸ਼ਕਿਲ ਜਿਹੜੀ ਖੜੀ ਰਹਿਣੀ ਆ। ਅਤੇ ਸਾਡੀ ਕੋਸ਼ਿਸ਼ ਇਹੋ ਹੀ ਸੀਗੀ ਵੀ ਅਸੀਂ ਜਿੰਨੇ ਪਰਿਵਾਰਾਂ ਦੀ ਮਦਦ ਕਰ ਸਕੀਏ, ਔਰ ਇਹਦੇ ਨਾਲ ਬਾਕੀ ਜਿਹੜੇ ਕਲੱਬ ਉੱਥੇ ਹੋਰ ਵੀ ਬਹੁਤ ਜ਼ਿਆਦਾ ਹੈਗੇ ਆ, ਉਹਨਾਂ ਨੂੰ ਵੀ ਇੰਕਰੇਜਮੈਂਟ ਮਿਲੂਗੀ ਵੀ ਅਸੀਂ ਐਸੇ ਇਕੱਠੇ ਕਰੀਏ, ਜਿਹੜੇ ਲੋੜਵੰਦ ਪਰਿਵਾਰ ਹੈਗੇ ਉਹਨਾਂ ਵਾਸਤੇ ਮਦਦ ਚਾਹੀਦੀ ਆ। ਉਹਨਾਂ ਨੂੰ ਭੁਲਾਉਣਾ ਨਹੀਂ ਚਾਹੀਦਾ, ਉਹਨਾਂ ਵਾਸਤੇ ਜਿੰਨੀ ਵੀ ਸੇਵਾ ਕਰ ਸਕਦੇ ਆ, ਆਪਣੇ ਬਾਹਰਲੇ ਪਰਿਵਾਰ ਬੈਠੇ ਆ ਅਤੇ ਕਰਨੀ ਚਾਹੀਦੀ ਆ। ਬਿਲਕੁਲ, ਇਹ ਬਹੁਤ ਹੀ ਜ਼ਰੂਰੀ ਆ। ਸ਼ਾਇਦ ਤੁਹਾਨੂੰ ਯਾਦ ਹੋਏਗਾ, ਅਸੀਂ ਉਦੋਂ ਵੀ ਇਹ ਗੱਲ ਕਰਦੇ ਸੀ ਕਿ ਮੋਰਚਾ ਤਾਂ ਇੱਕ ਨਾ ਇੱਕ ਦਿਨ ਜਿੱਤ ਹੀ ਲੈਣਾ ਆਪਾਂ। ਦਿੱਲੀ ਦੇ ਬਾਰਡਰਾਂ ਤੋਂ ਕਿਸਾਨ ਜਿੱਤ ਦੀ ਖੁਸ਼ੀ ਜੈਕਾਰੇ ਬੁਲਾਉਂਦੇ ਵਾਪਸ ਆਉਣਗੇ, ਪਰ ਇਹ ਜਿਹੜੇ ਸਾਡੇ ਭਰਾ ਬਜ਼ੁਰਗ ਜਿਹੜੇ ਜ਼ਿੰਦਗੀ ਲੇਖੇ ਲਾ ਗਏ, ਉਹਨਾਂ ਦੇ ਪਰਿਵਾਰਾਂ ਦੀ ਜਿਹੜੀ ਕਮੀ ਆ ਨਾ, ਉਹ ਪੂਰੀ ਕਰਨੀ ਉਹ ਸਾਡਾ ਸਾਰਿਆਂ ਦਾ ਫਰਜ਼ ਆ। ਉਸ ਵੇਲੇ ਵੀ ਆਪਾਂ ਗੱਲ ਕੀਤੀ, ਅਤੇ ਅੱਜ ਬੜੀ ਇੱਕ ਖੁਸ਼ੀ ਹੋ ਰਹੀ ਹੈ ਕਿ ਇਹ ਸਾਰੀ ਟੀਮ ਸਿੰਘ ਸਭਾ ਬਾਰਕਿੰਗ ਫੁੱਟਬਾਲ ਕਲੱਬ ਦੀ ਸਾਰੀ ਟੀਮ ਆਈ ਹੋਈ ਹੈ, ਅਤੇ ਅੱਛਾ ਲੱਗ ਰਿਹਾ ਵੀ ਅੱਜ ਆਪਾਂ ਸਾਲ ਬਾਅਦ ਵੀ ਇਹਨਾਂ ਦੇ ਨਾਲ ਖੜ੍ਹੇ ਹਾਂ। ਅਤੇ ਇੱਦਾਂ ਹੀ ਆਪਾਂ ਖੜ੍ਹੇ ਰਹੀਏ, ਮੈਨੂੰ ਲੱਗਦਾ ਕਿ ਕਿਉਂਕਿ ਆਮ ਤੌਰ 'ਤੇ ਸਾਡੇ ਨਾਲ ਇੱਥੇ ਉਹ ਵੀ ਵੀਰ ਸਾਰੇ ਬਜ਼ੁਰਗ ਵੀ ਬੈਠੇ ਨੇ, ਸਿਆਣੇ, ਜਿਸ ਢੰਗ ਦੇ ਨਾਲ ਇਹ ਮੋਰਚਾ ਥੋੜ੍ਹੀ ਜਿਹੀ ਮਾੜੀ ਜਿਹੀ ਜਗ੍ਹਾ ਦਿਓ ਮੈਨੂੰ। ਹਾਂਜੀ, ਕਿਉਂਕਿ ਮੋਰਚਾ ਬੜੇ ਔਖੇ ਹਾਲਾਤਾਂ 'ਚ ਲੜਿਆ ਗਿਆ ਸੀ ਜੀ। ਅਤੇ ਇੱਥੋਂ ਕਿਵੇਂ ਮੱਖਣ ਖਾਂ ਹੋਰੀ ਜਦੋਂ ਗਏ ਨੇ ਦਿੱਲੀ ਬਾਰਡਰ 'ਤੇ, ਕਿੱਦਾਂ ਦਾ ਸਿਸਟਮ ਸੀ ਇੱਥੋਂ? ਇਹ ਪਹਿਲਾਂ ਜੀ ਜਦੋਂ ਮੋਰਚਾ ਜਿਸ ਤਰ੍ਹਾਂ 25-26 ਨਵੰਬਰ ਦੇ ਵਿੱਚ ਚਾਲੂ ਹੋਇਆ, ਅਤੇ ਉਸ ਟਾਈਮ ਤੋਂ ਹੀ ਇਹਨਾਂ ਦੇ ਵਿੱਚ ਚਾਅ ਸੀ ਵੀ ਅਸੀਂ ਮੋਰਚੇ ਦੇ ਵਿੱਚ ਹਿੱਸਾ ਪਾਉਣਾ। ਅਤੇ ਇਹ ਜਦੋਂ ਇਹ ਗਏ ਆ, ਟਰਾਲੀ ਲੈ ਕੇ ਗਏ ਆ ਇੱਥੋਂ ਉੱਥੇ, ਅਤੇ ਬਹੁਤ ਹੀ ਖੁਸ਼ੀ ਨਾਲ ਹੀ ਇਹ ਆਪਦਾ ਯੋਗਦਾਨ ਪਾਉਂਦੇ ਸੀ। ਉੱਥੇ ਵੀ ਜਾ ਕੇ ਬਹੁਤ ਸੇਵਾ ਕਰੀ ਇਹਨਾਂ ਨੇ ਵੀ ਮੋਰਚਾ ਪਾਉਣਾ। ਬਸ ਕੁਝ ਬਦਕਿਸਮਤੀ ਨਾਲ ਅਟੈਕ ਆ ਗਿਆ ਇਹਨਾਂ ਨੂੰ, ਅਤੇ ਇਹਨਾਂ ਦੀ ਮੌਤ ਹੋ ਗਈ ਉੱਥੇ। ਅਤੇ ਸਾਨੂੰ ਵੀ ਬਹੁਤ ਦੁੱਖ ਲੱਗਾ, ਸਾਡੇ ਪਿੰਡ ਦਾ ਨੌਜਵਾਨ ਸੀਗਾ,
ਤੇ ਬਹੁਤ ਗਰੀਬ ਪਰਿਵਾਰ ਦਾ ਸੀ, ਮਜ਼ਦੂਰੀ ਕਰਦੇ ਸੀਗੇ ਤੇ ਇਹਦੇ ਨਾਲ ਬਹੁਤ ਪਰਿਵਾਰ ਨੂੰ ਬਹੁਤ ਘਾਟਾ ਪਿਆ। ਬਾਕੀ ਅਸੀਂ ਆ ਜਿਹੜੀ ਸਿੰਘ ਸਭਾ ਤੁਹਾਡੀ ਆ ਫੁੱਟਬਾਲ ਕਲੱਬ ਹੈ, ਇਹਨਾਂ ਦਾ ਅਸੀਂ ਬਹੁਤ ਹੀ ਧੰਨਵਾਦ ਕਰਦੇ ਹਾਂ, ਜਿਹੜਾ ਇਹ ਗਰੀਬ ਪਰਿਵਾਰ ਨੂੰ ਇਹ ਮਦਦ ਕਰਨ ਵਾਸਤੇ ਆਏ ਆ। ਇਹ ਵੱਡਾ ਬੇਟਾ, ਕੀ ਨਾਂ ਤੁਹਾਡਾ? ਕਸ਼ਮੀਰ ਅਲੀ ਜੀ। ਹਾਂ, ਕਸ਼ਮੀਰ ਅਲੀ। ਇਹ ਵੱਡਾ ਹੈ, ਬਾਕੀ ਛੋਟੇ ਨਾ? ਬਾਕੀ ਤਾਂ ਸਾਰੇ ਛੋਟੇ ਨੇ ਇਹਨਾਂ। ਹਾਂ, ਤੇ ਇਹਨਾਂ ਨੂੰ ਹੁਣ ਵੈਸੇ ਸਰਕਾਰ ਨੇ, ਕਿਉਂਕਿ ਪੰਜਾਬ ਸਰਕਾਰ ਨੇ ਥੋੜੇ ਇਨੀਸ਼ੀਏਟਿਵਸ ਲਏ ਸੀ, ਇਹਨਾਂ ਨੂੰ ਇੱਥੇ ਸਰਕਾਰੀ ਸਕੂਲ 'ਚ ਮਿਲੀ ਹੈ ਨਾ? ਹਾਂਜੀ, ਸਰਕਾਰੀ ਸਕੂਲ ਦੇ ਵਿੱਚ ਇਹਨਾਂ ਨੂੰ ਜੌਬ ਮਿਲੀ ਹੈ ਸੇਵਾਦਾਰ ਦੀ। ਪਰ ਚਲੋ ਫਿਰ ਵੀ ਮੈਂ ਸਮਝਦਾ ਕਿ ਬੜਾ ਕੁਝ ਹੁੰਦਾ ਹੈ ਘਰਾਂ ਪਰਿਵਾਰਾਂ ਦੇ ਵਿੱਚ, ਤੇ ਇਹ ਜਿਹੜੇ ਸਾਡੇ ਵੀਰ ਅੱਜ ਸੇਵਾ ਲੈ ਕੇ ਆਏ ਨੇ, ਇਹ ਸੇਵਾ ਇਹਨਾਂ ਨੂੰ ਭੇਟ ਕੀਤੀ ਜਾ। ਸੋ ਇਹ ਸੇਵਾ ਜਿਹੜੀ ਹੈ ਭੇਟ ਕੀਤੀ ਜਾ ਰਹੀ ਹੈ 1 ਲੱਖ ਰੁਪਏ ਦਾ। 1 ਲੱਖ ਰੁਪਇਆ ਮੱਖਣ ਖਾਨ, ਜਿਹੜੇ ਕਿ ਭਿੰਡਰ ਕਲਾਂ ਪਿੰਡ ਹੈ, ਉੱਥੋਂ ਦੇ ਰਹਿਣ ਵਾਲੇ ਇਹ ਸਾਰੇ ਪਤਵੰਤੇ ਜਿਹੜੇ ਇਸ ਪਿੰਡ ਦੇ, ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਜਿਹੜੇ ਨੇ, ਉਹਨਾਂ ਦਾ ਬੇਟਾ ਹੈ, ਉਹਨਾਂ ਨੂੰ ਇਹ ਸੇਵਾ ਭੇਟ ਕੀਤੀ ਗਈ ਹੈ। ਤੇ ਮੈਂ ਸਮਝਦਾ ਕਿ ਇਹ ਭਾਈ ਸਾਹਿਬ ਹੁਣੇ ਥੋੜ੍ਹੀ ਦੇਰ ਪਹਿਲਾਂ ਹੀ ਸਾਡੇ ਨਾਲ ਜੁੜੇ ਨੇ। ਇਸ ਢੰਗ ਦੇ ਨਾਲ ਜਿਹੜੀਆਂ ਸੇਵਾਵਾਂ ਕਿਸਾਨਾਂ ਨੂੰ ਅੱਜ 1 ਸਾਲ ਬਾਅਦ ਵੀ ਦੇਣ ਵਾਸਤੇ ਵਿਦੇਸ਼ਾਂ ਤੋਂ ਆ ਰਹੀਆਂ ਨੇ ਸੰਗਤਾਂ, ਕੀ ਕਹਿਣਾ ਚਾਹੋਗੇ ਜੀ ਇਹਦੇ ਬਾਰੇ? ਦੇਖੋ ਜੀ, ਮੱਖਣ ਖਾਨ ਇੱਕ ਛੋਟੇ ਪਰਿਵਾਰ ਨਾਲ ਹੁੰਦਿਆਂ ਹੋਇਆਂ ਵੀ ਉੱਥੇ ਕਿਸਾਨੀ ਧਰਨੇ ਦੇ ਵਿੱਚ ਇਹਨਾਂ ਨੇ ਕਿਸਾਨਾਂ ਦਾ ਪੂਰਾ ਸਾਥ ਦਿੱਤਾ, ਤੇ ਕੁਦਰਤੀ ਅਚਾਨਕ ਜਿਹੜਾ ਹੈਗਾ ਉਹਨਾਂ ਦੀ ਬਈ ਉੱਥੇ ਡੈਥ ਹੋ ਗਈ ਮਤਲਬ ਕਿ ਧਰਨੇ ਦੇ ਵਿੱਚ, ਤੇ ਉਹਦਾ ਬਹੁਤ ਵੱਡਾ ਯੋਗਦਾਨ ਹੈ ਕਿਸਾਨਾਂ ਦੇ ਧਰਨੇ ਦੇ ਵਿੱਚ ਮਜ਼ਦੂਰ ਹੁੰਦਿਆਂ ਹੋਇਆਂ ਵੀ। ਇਹੀ ਮੈਂ ਕੁਝ ਕਹਿਣਾ, ਇਹ ਪਰਮਜੀਤ ਕੌਰ ਜਿਹੜੀ ਉਹਨਾਂ ਦੀ ਛੋਟੀ ਉਮਰ ਵਿੱਚ ਹੁੰਦਿਆਂ ਹੋਇਆਂ ਵੀ ਬਈ ਮੈਂ ਕਹਿੰਦਾ ਇਹਨਾਂ ਨੇ ਬਹੁਤ ਹੀ ਮਤਲਬ ਕਿ ਸੋਚ ਸਮਝ ਦੇ ਨਾਲ ਆਪਣਾ ਜਿਹੜਾ ਹੈਗਾ ਵਾ ਉਹਨੂੰ ਸਾਨੂੰ ਮਤਲਬ ਕਿ ਇਹਦੇ ਬਾਰੇ 'ਚ ਬਈ ਸਹਿਯੋਗ ਦਿੱਤਾ ਇਹਨਾਂ ਨੇ ਪਿੱਛੋਂ। ਇੱਕ ਗੱਲ ਜਿਹੜੀ ਹੋਰ ਢਿੱਲੋਂ ਸਾਹਿਬ, ਆਮ ਤੌਰ ਤੇ ਕਈ ਜਿਹੜੇ ਦੂਸਰਾ ਮੀਡੀਆ ਸੀ ਨਾ ਭੰਡਣ ਵਾਲਾ, ਉਹ ਕਹਿੰਦਾ ਹੁੰਦਾ ਸੀ ਮਜ਼ਦੂਰ ਨਹੀਂ ਆਏ, ਇਹ ਸਾਰੇ ਜ਼ਿਮੀਂਦਾਰ ਹੀ ਆਏ ਨੇ। ਆਹ ਇੱਕ ਪ੍ਰਤੱਖ ਮਿਸਾਲ ਆ ਜੀ, ਇਹਨਾਂ ਦੀ ਜ਼ਮੀਨ ਵੀ ਨਹੀਂ ਹੈਗੀ ਹੈ ਨਾ, ਇਹ ਜ਼ਮੀਨ ਨਹੀਂ ਹੈਗੀ, ਸਿਰਫ ਪਿੰਡ ਦੇ ਵਿੱਚ ਹਾਂਜੀ ਹਾਂਜੀ ਪਿੰਡ ਦੇ ਵਿੱਚ ਖੇਤੀ ਦੇ ਨਾਲ ਸਾਡੇ ਘਰਾਂ 'ਚ ਜਾ ਕੇ ਭਾਂਡੇ ਭੁੰਡੇ ਆਦਾ ਕਰਨਾ, ਟਾਈਮ ਪਾਸ ਕਰਿਆ ਇਹਨਾਂ ਨੇ। ਚਲੋ, ਸੋ ਮੈਂ ਸਮਝਦਾ ਕਿ ਅੱਜ ਜਿਹੜਾ ਇੱਕ ਬੜਾ ਹੀ ਵਧੀਆ ਸੁਨੇਹਾ ਵਿਸ਼ਵ ਦੇ ਪੰਜਾਬੀ ਭਾਈਚਾਰੇ ਨੂੰ ਜਾ ਰਿਹਾ ਹੈ ਕਿ ਪੰਜਾਬੀ ਜਿਹੜੇ ਨੇ ਨਾ, ਜੇ ਉਹ ਕਿਸੇ ਦੀ ਉਹ ਕੀ ਕਹਿੰਦੇ ਆ ਅਡਵੈਰ ਵਾਲੀ ਜਿਹੜੀ ਉਹ ਨਹੀਂ ਭੁੱਲਦੇ, ਤੇ ਕਿਸੇ ਦਾ ਪਰਉਪਕਾਰ ਜਿਹੜਾ ਉਹ ਵੀ ਨਹੀਂ ਭੁੱਲਦੇ। ਅੱਜ ਕਰੀਬ ਵੇਖੋ ਕਰੀਬ ਸਾਲ ਹੋ ਚੱਲਿਆ, ਤੇ ਅੱਜ ਵੀ ਸਾਰੇ ਵੀਰ ਆਏ ਨੇ, ਤੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਵੀ ਕਰਦੇ ਹਾਂ। ਅੱਜ ਹੋਰ ਵੀ ਘਰਾਂ 'ਚ ਜਾਣਾ, ਅਸੀਂ ਇੱਕ ਥੋੜ੍ਹੀ ਲਿਸਟ ਤਿਆਰ ਕੀਤੀ, ਕਿਉਂਕਿ ਕਿਸਾਨ ਤਾਂ ਬਹੁਤ ਵੱਡੀ ਗਿਣਤੀ 'ਚ ਲੇਖੇ ਲੱਗੀਆਂ ਜਾਂਦੇ, ਪਰ ਕੁਝ ਜਿਨ੍ਹਾਂ ਨੂੰ ਜ਼ਿਆਦਾ ਜ਼ਰੂਰਤ ਮਹਿਸੂਸ ਹੋ ਰਹੀ ਹੈ ਅਸੀਂ ਉਹਨਾਂ ਤੱਕ ਅੱਜ ਪਹੁੰਚ ਕਰਾਂਗੇ। ਅੱਜ ਅਸੀਂ ਜੋ ਮੱਖਣ ਖਾਨ ਦੇ ਪਰਿਵਾਰ ਨੂੰ ਜੋ ਮਦਦ ਫੁੱਟਬਾਲ ਕਲੱਬ ਵੱਲੋਂ ਦਿੱਤੀ ਗਈ ਆ, ਅਸੀਂ ਸਾਰੀ ਸੰਗਤ ਪਿੰਡ ਨੰਗਲ ਵਾਸੀਆਂ ਵੱਲੋਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੋਰ ਵੀ ਜਿਵੇਂ ਢਿੱਲੋਂ ਸਾਹਿਬ ਨੇ ਪਹਿਲਾਂ ਗੱਲ ਕੀਤੀ ਸੀ ਕਿ ਇਹ ਸਮੇਂ ਹੁੰਦੇ ਨੇ ਸਾਹਮਣੇ, ਕਿਉਂਕਿ ਆਮ ਤੌਰ ਤੇ ਇਹੀ ਗੱਲਾਂ ਹੁੰਦੀਆਂ ਨੇ ਕਿ ਸੰਘਰਸ਼ਾਂ ਦੇ ਵਿੱਚ ਜਿਹੜੇ ਕੁਰਬਾਨੀ ਕਰ ਜਾਂਦੇ ਨੇ ਉਹਨਾਂ ਨੂੰ ਬਾਅਦ ਦੇ ਵਿੱਚ ਅਣਗੌਲਿਆਂ ਕਰ ਦਿੱਤਾ ਜਾਂਦਾ। ਪਰ ਮੈਨੂੰ ਲੱਗਦਾ ਕਿ ਕਿਸਾਨੀ ਸੰਘਰਸ਼ ਨੇ ਜਿੱਥੇ ਸਾਨੂੰ ਹੋਰ ਬੜੇ ਸਾਰੇ ਸਬਕ ਦਿੱਤੇ ਨੇ, ਕਿ ਵੀ ਸਬਕ ਆ ਸਾਡੇ ਵਾਸਤੇ ਕਿ ਆਪਾਂ ਉਹਨਾਂ ਪਰਿਵਾਰਾਂ ਦੇ ਨਾਲ ਖੜੀਏ, ਤੇ ਇਹਦੇ ਵਿੱਚ ਜਿੱਥੇ ਪਿੰਡ ਵਾਸੀਆਂ ਦੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਸਾਰੇ ਵੀਰਾਂ ਦੀ, ਉਵੇਂ ਹੀ NRI ਭਰਾ ਜਿਹੜੇ ਨੇ ਵੇਖੋ ਦੇਸ਼ ਵਿਦੇਸ਼ ਤੋਂ ਆ ਕੇ ਇਸ ਸੇਵਾ ਦੇ ਵਿੱਚ ਹਿੱਸਾ ਪਾ ਰਹੇ ਨੇ। ਖੁੱਡੀ ਪੱਤੀ ਧੌਲਾ ਪਿੰਡ ਦੇ ਵਿੱਚ ਆਏ ਆ। ਨਿਰਮਲ ਸਿੰਘ ਉਰਫ ਭੋਲਾ, ਤੁਹਾਨੂੰ ਯਾਦ ਹੋਏਗਾ ਕਿ ਇੱਕ ਬੜਾ ਹੀ ਡੂੰਘਾ ਜਿਹਾ ਘਰ ਸੀਗਾ, ਕੱਚਾ ਜਿਹਾ, ਤੇ ਨਿਰਮਲ ਸਿੰਘ ਦੇ ਭੋਗ ਤੋਂ ਬਾਅਦ ਅਸੀਂ ਇੱਥੇ ਆਏ ਸੀ, ਤੇ ਤੁਹਾਡੇ ਸਹਿਯੋਗ ਦੇ ਨਾਲ ਸੰਗਤ ਏਡ ਨੇ ਸੇਵਾ ਕੀਤੀ, ਕੁਝ ਹੋਰ ਸੇਵਾ ਆਈ, ਤੇ ਅੱਜ ਫਿਰ ਇੱਥੇ ਸੇਵਾ ਲੈ ਕੇ ਕੁਝ ਜਿਹੜੇ ਸਾਡੇ ਵੀਰ ਨੇ ਪਹੁੰਚੇ ਨੇ ਸਿੰਘ ਸਭਾ ਬਾਰਕਿੰਗ ਫੁੱਟਬਾਲ ਕਲੱਬ ਤੋਂ, ਤੇ
ਇਹ ਉਹੀ ਘਰ ਹੈ। ਥੋੜਾ ਜਿਹਾ ਮੈਂ ਤੁਹਾਨੂੰ ਦਿਖਾਉਂਦਾ ਚੱਲਾਂ। ਆਹ ਲੈਵਲ ਸੀਗਾ ਪਹਿਲਾਂ, ਇਸ ਲੈਵਲ ਦੇ ਛੱਤ ਸੀਗੀ। ਆ ਤੁਸੀਂ ਅੰਦਾਜ਼ਾ ਲਾ ਲਓ ਕਿ ਇਸ ਲੈਵਲ ਤੇ ਛੱਤ ਸੀ ਤਾਂ ਕਿੰਨਾ ਡੂੰਘਾ ਸੀ ਇਹ। ਤੇ ਇਹ ਜਿਹੜਾ ਕਾਰਜ ਹੈ ਨਗਰ ਦੀ ਪੰਚਾਇਤ ਨੇ ਕੀਤਾ, ਪਿੰਡ ਵਾਲਿਆਂ ਨੇ ਰਲ ਕੇ ਕੀਤਾ, ਤੇ ਜੋ ਤੁਹਾਡਾ ਸਹਿਯੋਗ ਮਿਲਿਆ ਉਹਦੇ ਨਾਲ ਇਹ ਚੀਜ਼ ਸਟੈਪ ਬਾਏ ਸਟੈਪ। ਤੇ ਇੱਥੇ ਹੁਣ ਅਸੀਂ ਤੁਹਾਨੂੰ ਮਿਲਾਉਂਦੇ ਹਾਂ ਪਰਿਵਾਰ ਦੇ ਨਾਲ ਵੀ, ਤੇ ਸਰਪੰਚ ਸਾਹਿਬ ਤੇ ਹੋਰ ਸਾਰੇ ਬੈਠੇ ਨੇ, ਚੇਅਰਮੈਨ ਸਾਹਿਬ ਵੀ। ਹਾਂਜੀ, ਸੋ ਇਹ ਪਰਿਵਾਰ ਹੈ ਨਿਰਮਲ ਸਿੰਘ ਭੋਲਾ ਦਾ। ਇਹ ਸਰਬਜੀਤ ਕੌਰ ਉਹਨਾਂ ਦੇ ਘਰੋਂ, ਇਹ 2 ਬੇਟਾ ਤੇ ਬੇਟੀ। ਹਾਂਜੀ, ਸੋ ਸਰਪੰਚ ਸਾਹਿਬ ਆਪਾਂ ਉਧਰ ਹੀ ਤੇ ਇੱਧਰ ਸਾਡੀ ਟੀਮ ਬੈਠੀ ਹੈ ਜੀ। ਸਿੰਘ ਸਾਹਿਬ ਪਾਰਕਿੰਗ ਦਾ ਫੁੱਟਬਾਲ ਕਲੱਬ, ਤੇ ਚੇਅਰਮੈਨ ਸਾਹਿਬ ਨੇ ਸਾਡੇ ਨਾਲ ਗੁਰਤੇਜ ਸਿੰਘ ਜੀ। ਤੇ ਮੈਂ ਸਮਝਦਾ ਕਿ ਪਹਿਲਾਂ ਤਾਂ ਢਿੱਲੋਂ ਸਾਹਿਬ ਮੈਨੂੰ ਲੱਗਦਾ ਕਿ ਅੱਜ ਪਹਿਲਾਂ ਇਹਨਾਂ ਨੂੰ ਵਧਾਈ ਦੇਣੀ ਬਣਦੀ ਹੈ ਪਿੰਡ ਵਾਲਿਆਂ ਨੂੰ। ਹਾਂਜੀ, ਗੱਲ ਹੈ ਵੀ ਜਿੰਨਾ ਇਹਨਾਂ ਨੇ ਸਾਥ ਦਿੱਤਾ ਹੈ ਨਾ ਇਸ ਪਰਿਵਾਰ ਦਾ, ਇੰਨਾ ਕੋਈ ਕਰ ਨਹੀਂ ਸਕਦਾ। ਨਾ ਤਾਂ ਕਦੇ ਦੇਖਿਆ ਹੀ ਵੀ ਇਹੋ ਇੰਨਾ ਸੋਹਣਾ ਕੰਮ ਕੀਤਾ। ਜਿਹੜੇ ਬੱਚੇ ਰਹਿ ਗਏ ਸੀ ਪਿੱਛੇ, ਉਹਨਾਂ ਦੀ ਇੰਨੀ ਮਦਦ ਕੀਤੀ ਆ ਨਾ ਵੀ ਤੁਸੀਂ ਸਿਰ 'ਤੇ ਛੱਤ ਪਾਤੀ ਆ। ਬਹੁਤ ਵੱਡਾ ਕੰਮ ਆ, ਸ਼ਾਬਾਸ਼ ਏ ਤੁਹਾਡੇ। ਅਸੀਂ ਤਾਂ ਜਿੰਨੀ ਕੋਸ਼ਿਸ਼ ਕਰ ਸਕਦੇ ਹਾਂ ਉਨੀ ਕੀ ਆ, ਪਰ ਤੁਸੀਂ ਹੱਦ ਤੋਂ ਵੱਧ ਇੱਥੇ ਕਰ ਚੁੱਕੇ ਆ। ਹਾਂ, ਤੇ ਸਰਪੰਚ ਸਾਹਿਬ ਇਹ ਫਿਰ ਸਾਰੇ ਪਿੰਡ ਨੇ ਰਲ ਕੇ ਜਾਂ ਕਿੱਦਾਂ ਇਹ ਸਾਰਾ ਕੰਮ? ਹਾਂ ਸਰ, ਸਾਰੇ ਪਿੰਡ ਨੇ ਰਲ ਕੇ ਸੇਵਾ ਕੀਤੀ ਆ ਜੀ। ਬੜੀ ਮੁਸ਼ਕਲ ਸੀਗੀ, ਬਹੁਤ ਔਖਾ ਸੀ, ਤੁਸੀਂ ਦੇਖਿਆ ਜੀ ਸਮਾਂ। ਤੇ ਹੁਣ ਪਰ ਬਹੁਤ ਵਧੀਆ ਪਿੰਡ ਨੇ ਸਾਥ ਦਿੱਤਾ ਜੀ ਸਾਨੂੰ, ਸਾਰੇ ਨਗਰ ਨੇ ਰਲ ਮਿਲ ਕੇ ਜਗ੍ਹਾ ਦਾ ਸਾਥ ਦਿੱਤਾ ਜੀ। ਕਿਉਂ ਵੀ ਜੀ, ਆ ਵੇਖੋ, ਹਾਂ ਪਹਿਲੀ ਛੱਤ ਵੀ ਤੁਸੀਂ ਅੰਦਾਜ਼ਾ ਲਾ ਹੀ ਲਿਆ, ਤੇ ਆ ਹੁਣ ਵੀ ਸਾਰਾ ਵੇਖੋ ਐ ਵਧੀਆ, ਬਹੁਤ ਸੋਹਣਾ ਬਣ ਗਿਆ ਜੀ ਪਿੰਡ ਵਾਲਿਆਂ ਦੀ ਕਿਰਪਾ ਨਾਲ। ਤੇ ਬਾਕੀ ਜਿਹੜਾ ਹੈਗਾ ਆ ਤੁਹਾਡਾ ਸੰਯੋਗ ਨਾਲ ਇਹਨਾਂ ਦੇ ਹੈਗਾ ਆ। ਹਾਂਜੀ, ਸੋ ਇਸ ਢੰਗ ਨਾਲ ਵੇਖੋ ਇੱਕ ਗੱਲ ਤਾਂ ਹੈਗੀ ਹੈ ਜੀ ਕਿ ਚੇਅਰਮੈਨ ਸਾਹਿਬ ਜੇ ਸਾਰੇ ਰਲ ਮਿਲ ਕੇ ਸਿਰ ਜੋੜ ਲਈਏ ਨਾ, ਔਖਾ ਸਮਾਂ ਸੌਖਾ ਹੋ ਜਾਂਦਾ ਹੈ ਨਾ। ਕਰਦਾ ਭਲੀ, ਬਹੁਤ ਬਹੁਤ ਧੰਨਵਾਦ ਸੰਗਮ ਟੈਲੀਵਿਜ਼ਨ ਵਾਲਿਆਂ ਦੇ। ਮੇਰੇ ਵੀਰ ਜੀ ਆਏ ਨੇ, ਪ੍ਰਧਾਨ ਸਾਹਿਬ ਬਾਈ ਜੀ ਆਏ ਨੇ, ਸਭ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ, ਤੁਹਾਡੇ ਰਿਣੀ ਆ ਜਿਹੜੀ ਸਾਡੀ ਮਦਦ ਕਰੀ ਹੈ ਤੁਸੀਂ ਗਰੀਬਾਂ ਦੀ। ਬਹੁਤ ਬਹੁਤ ਧੰਨਵਾਦ। ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ, ਸੱਚੇ ਪਾਤਸ਼ਾਹ ਪਰਿਵਾਰ ਸੁੱਖ ਸ਼ਾਂਤੀਆਂ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੱਲ ਸਹੀ ਆ ਕਿ ਸਾਰਿਆਂ ਨੇ ਤਿਲ ਫੁੱਲ ਪਾਇਆ ਤੇ ਉਹਨਾਂ ਸਾਰਿਆਂ ਦੀ ਸੇਵਾ ਪ੍ਰਵਾਨ ਹੋਏ। ਹਾਂਜੀ ਹਾਂਜੀ, ਸਰਪੰਚ ਸਾਹਿਬ ਪਰਿਵਾਰ ਨੂੰ ਵੀ ਬੁਲਾ ਲਓ ਇੱਥੇ ਹੀ, ਆਪਾਂ ਨਾਲੇ ਸੇਵਾ ਦੇ ਲਈਏ ਉਹਨਾਂ ਨੂੰ। ਤੇ ਹਾਂਜੀ, ਪਰਿਵਾਰ ਤੇ ਜਿਹੜਾ ਆਨਗੋਇੰਗ ਬੋਝ ਵੀ ਹੈਗਾ ਆ ਨਾ, ਕਾਕੇ ਦੇ ਸ਼ੂਗਰ ਜਿਹੜੀ ਹੈਗੀ ਆ, ਉਹਦੇ ਲਗਾਤਾਰ ਇਲਾਜ ਤੇ ਵੀ ਪੈਸੇ ਲੱਗ ਰਹੇ ਆ। ਤੇ ਪਰਮਾਤਮਾ ਇਦਾਂ ਹੀ ਕਿਸੇ ਨਾ ਕਿਸੇ ਪਾਸਿਓਂ ਹੀਲਾ ਸੀਲਾ ਬਣਾ ਹੀ ਦਿੰਦਾ ਆ। ਸੋ ਇਹ ਬੱਚੇ ਨੇ ਜੋੜਾ, ਟਵਿਨਸ ਨੇ ਦੋਨੋਂ, ਬੇਟਾ ਬੇਟੀ। ਤੇ ਇਹ ਆਪਾਂ ਦੇਖ ਸਕਦੇ ਹਾਂ ਕਿ ਸਿੰਘ ਸਭਾ ਪਾਰਕਿੰਗ ਫੁੱਟਬਾਲ ਕਲੱਬ ਤੋਂ ਇਹ ਸਭ ਹੋਰੀ ਆਏ ਹੋਏ ਨੇ, ਤੇ ਉਹਨਾਂ ਵੱਲੋਂ 1 ਲੱਖ ਰੁਪਏ ਦੀ ਜਿਹੜੀ ਸਹਾਇਤਾ ਹੈ ਇਸ ਪਰਿਵਾਰ ਨੂੰ ਦਿੱਤੀ ਜਾ ਰਹੀ ਹੈ। ਪਿੰਡ ਦੇ ਸਰਪੰਚ ਸਾਹਿਬ ਤੇ ਨਾਲ ਸਾਡੇ ਚੇਅਰਮੈਨ ਗੁਰਤੇਜ ਸਿੰਘ ਜੀ, ਤੇ ਇਹ ਸਾਰੀ ਟੀਮ ਪਹੁੰਚੀ ਹੋਈ ਹੈ। ਤੇ ਇਹਨੂੰ ਭੈਣ ਨੂੰ ਤਾਂ ਇੱਥੇ ਸਰਕਾਰੀ ਸਕੂਲ 'ਚ ਨੌਕਰੀ ਮਿਲ ਗਈ ਹੈ। ਤੇ ਕਿੱਦਾਂ ਪੈਣਾ ਹੁਣ, ਕਿੱਦਾਂ ਥੋੜਾ ਠੀਕ ਹੋਇਆ ਚੱਲਦਾ ਹੁਣ ਪਰਿਵਾਰ ਦਾ? ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀ ਪਰਿਵਾਰ ਦਾ ਅੱਗੇ ਨਾਲੋਂ ਬਹੁਤ ਫਰਕ ਹੈ ਜੀ। ਹਾਂ, ਸਰਕਾਰੀ ਨੌਕਰੀ ਮਿਲ ਗਈ, ਬੱਚਿਆਂ ਦਾ ਬਸ ਵੀ ਪਾਲਣ ਪੋਸ਼ਣ ਵੀ ਠੀਕ ਢੰਗ ਨਾਲ ਹੋ ਰਿਹਾ ਜੀ। ਹਾਂਜੀ, ਭੈਣ ਭਾਈਆਂ ਦੇ ਸਹਿਯੋਗ ਨਾਲ, ਪਿੰਡ ਦੇ ਸਹਿਯੋਗ ਨਾਲ ਵੀ ਸਾਰਿਆਂ ਨੇ ਸਾਡੀ ਬਹੁਤ ਮਦਦ ਕੀਤੀ। ਇੰਨੀ ਜਗ੍ਹਾ ਧੰਨਵਾਦ ਜੀ। ਬਿਲਕੁਲ, ਇਹ ਬੱਚਾ ਡਾਇਬਟਿਕ ਹੈ। ਇਹਦੇ ਹੋਣ ਤੋਂ ਪਹਿਲਾਂ ਇਹਦਾ ਵੱਡਾ ਭਰਾ ਸੀ, ਉਹ ਕਰੀਬ 14 ਸਾਲ ਦੀ ਉਮਰ ਦੇ ਵਿੱਚ ਉਹਦੀ ਇਸੇ ਬਿਮਾਰੀ ਕਰਕੇ ਹੀ ਜ਼ਿਆਦਾ ਉਹ ਬਿਮਾਰ ਰਹਿਣ ਕਰਕੇ ਉਹਦੀ ਡੈਥ ਹੋ ਗਈ ਸੀ। ਤੇ ਉਹਦੇ ਇਲਾਜ ਕਰਕੇ ਪਰਿਵਾਰ ਬਹੁਤ
ਜ਼ਮੀਨ ਤੇ ਆ ਗਿਆ ਸੀ ਇੱਕ ਢੰਗ ਨਾਲ। ਹੁਣ ਦੁਬਾਰਾ ਇਹ ਸਾਰਾ ਕੁਝ ਜੋ ਵੀ ਹੈ, ਇੱਕ ਪੱਕਾ ਘਰ, ਲੈਂਟਰ, ਛੱਤ, ਜਿਹਨੂੰ ਕਹਿ ਦਿੰਦੇ ਨੇ ਕਿ ਸਿਰ ਤੇ ਛੱਤ ਹੈ ਨਹੀਂ, ਤੇ ਹੁਣ ਵਧੀਆ ਇਹ ਕਾਰਜ ਜਿਹੜਾ ਨਗਰ ਵਾਲਿਆਂ ਨੇ ਕਰ ਦਿੱਤਾ ਤੇ ਆਪ ਸੰਗਤਾਂ ਸਹਿਯੋਗ ਦੇ ਰਹੇ ਹੋ। ਤੇ ਮੈਂ ਸਮਝਦਾ ਕਿ ਜਿੱਦਾਂ ਢਿੱਲੋਂ ਸਾਹਿਬ ਨੇ ਗੱਲ ਕੀਤੀ ਸੀ ਕਿ ਉੱਥੇ ਹੋਰ ਵੀ ਕਈ ਜਿਹੜੇ ਕਲੱਬ ਨੇ, ਸੋ ਸਾਰੇ ਹੀ ਆਪਾਂ ਰਲ ਮਿਲ ਕੇ ਥੋੜ੍ਹਾ ਥੋੜ੍ਹਾ ਕੀ ਕਹਿੰਦੇ ਬੂੰਦ ਬੂੰਦ ਨਾਲ ਸਾਗਰ ਭਰ ਜਾਂਦਾ। ਸੱਚੀ ਗੱਲ ਹੈ। ਇਹ ਆਪਾਂ ਹੁਣ ਜਿੱਦਾਂ ਬਾਹਰਲੇ ਹੈਗੇ ਆ, ਆਪਾਂ ਨੂੰ ਨਾ ਕੋਈ ਇੰਨਾ ਬਾਹਲਾ ਮਹਿਸੂਸ ਨਹੀਂ ਹੁੰਦਾ ਜੇ ਆਪਾਂ ਸਾਰੇ ਬੈਂਡ ਟੂਗੈਦਰ ਹੋ ਕੇ, ਤੇ ਜਿੱਦਾਂ ਪਰਿਵਾਰ ਆਪਣੇ ਬਹੁਤ ਜ਼ਿਆਦਾ ਜਿਹੜੇ ਇਸ ਮੋਰਚੇ ਦੇ ਵਿੱਚ ਨਾ ਸੱਟ ਸਹਿਣੀ ਪਈ ਆ, ਤੇ ਪਰਮਾਤਮਾ ਕਰੇ ਉਹਨਾਂ ਸਾਰਿਆਂ ਦੀ ਇਸੇ ਤਰ੍ਹਾਂ ਹੈਲਪ ਆਪਾਂ ਕਰ ਸਕੀਏ। ਤੇ ਇਹੋ ਹੀ ਮੈਨੂੰ ਤਾਂ ਉਮੀਦ ਹੈਗੀ ਆਪਾਂ ਸਾਰੇ ਇਕੱਠੇ ਹੋ ਕੇ ਜ਼ਰੂਰ ਹੋਰ ਪੈਸੇ ਰੇਜ਼ ਕਰਾਂਗੇ ਤੇ ਹੋਰ ਆਪਾਂ ਗਾਂ ਵਾਸਤੇ। ਸੋ ਬਿਲਕੁਲ ਇਸ ਢੰਗ ਦੇ ਨਾਲ ਅੱਜ ਜਿੱਥੇ ਅਸੀਂ ਪਹੁੰਚੇ ਦੂਸਰਾ ਪਰਿਵਾਰ ਹੈ, ਤੇ ਅੱਗੋਂ ਹੋਰ ਵੀ ਕੁਝ ਪਰਿਵਾਰ ਐਸੇ ਨੇ ਜਿਨ੍ਹਾਂ ਤੱਕ ਅਸੀਂ ਪਹੁੰਚ ਕਰਨ ਦਾ ਜਿੱਦਾਂ ਪ੍ਰੋਗਰਾਮ ਹੈ, ਤੇ ਨਾਲ ਨਾਲ ਆਪ ਜੀ ਨੂੰ ਵੀ ਲੈ ਕੇ ਚੱਲਾਂਗੇ ਇੱਥੇ, ਉਹਨਾਂ ਪਰਿਵਾਰਾਂ ਨਾਲ ਮਿਲਾਂਗੇ। ਖੈਰ ਪੰਜਾਬ ਦੇ ਵਿੱਚ ਇੱਕ ਹੋਰ ਚੰਗੀ ਗੱਲ ਇਹ ਹੈ ਕਿ ਇੱਥੇ ਸਰਕਾਰੀ ਨੌਕਰੀ ਜਿਹੜੀ ਹੈ, ਚਾਹੇ ਅਜੇ ਕੰਟਰੈਕਟ ਬੇਸਡ ਟਾਈਪ ਜੀ ਹੁੰਦੀ ਹੈ, ਜਿੱਦਾਂ ਉਹ ਪ੍ਰੋਬੇਸ਼ਨ ਪੀਰੀਅਡ ਕਹਿ ਲਈਏ ਨਾ, ਤੇ ਕੰਸੋਲੀਡੇਟਡ ਸੈਲਰੀ ਹੈ, ਪਰ ਫਿਰ ਵੀ ਮੈਂ ਸਮਝਦਾ ਕਿ ਇਹਨਾਂ ਪਰਿਵਾਰਾਂ ਵਾਸਤੇ ਇੱਕ ਬੜੀ ਵੱਡਾ ਆਸਰਾ ਬਣ ਗਿਆ। ਤੇ ਇਸ ਸੰਘਰਸ਼ ਦੇ ਵਿੱਚ ਜਿਨ੍ਹਾਂ ਦੀ ਜ਼ਿੰਦਗੀ ਲੇਖੇ ਲੱਗੀ ਹੈ, ਉਹਨਾਂ ਦਾ ਐਸਾ ਬਣਦਾ ਮਾਣ ਸਤਿਕਾਰ ਹੁੰਦਾ ਰਹਿਣਾ ਚਾਹੀਦਾ ਜੀ। ਖੁੱਡੀ ਖੁਰਦ ਪਿੰਡ ਹੈ ਜੀ, ਇਹ ਵੀ ਧੌਲੇ ਦੇ ਨਜ਼ਦੀਕ ਹੀ ਪਿੰਡ ਹੈ। ਇੱਥੋਂ ਦਾ ਵੀ ਇੱਕ ਮਜ਼ਦੂਰ ਮਲਕੀਤ ਸਿੰਘ ਜਿਹੜਾ ਕਿ ਕਿਸਾਨੀ ਮੋਰਚੇ 'ਚ ਗਿਆ ਸੀ, ਉਹਨਾਂ ਦੇ ਘਰ ਅੱਜ ਦੁਬਾਰਾ ਆਏ ਹਾਂ। ਇਹੀ ਇੰਨੀ ਕੁ ਜਗ੍ਹਾ ਇੱਧਰ ਉਹਨਾਂ ਦੇ ਮਾਤਾ ਜਿਹੜੀ ਹੈ, ਤੇ ਇਹ ਪਰਿਵਾਰ ਦੇ ਕੋਲ ਅਸੀਂ ਪਹੁੰਚੇ ਹੋਏ ਹਾਂ। ਹਾਂਜੀ, ਇਹ ਪਿਤਾ ਜੀ ਨੇ, ਇਹ ਉਹਨਾਂ ਦੇ ਮਾਤਾ ਜੀ ਹੈ। ਇਹ ਥੋੜ੍ਹਾ ਦੱਸਦੇ ਇਹਦੇ ਬਾਰੇ, ਮਲਕੀਤ ਸਿੰਘ ਦੇ ਬਾਰੇ, ਕਿੱਦਾਂ ਕਿਸਾਨ ਮੋਰਚੇ 'ਚ ਜੁੜੇ ਸੀ। ਅੱਛਾ ਜੀ, ਇਹ ਤਾਂ ਜੀ ਆਪਣੇ ਕਿਸਾਨ ਮੋਰਚੇ ਉੱਥੇ ਆਪਣੇ ਕਿਸਾਨ ਵੀ ਨੇ ਉੱਥੇ ਆਪਣੇ ਦਿੱਲੀ ਜੀ, ਉੱਥੇ ਜਾ ਕੇ ਢਿੱਲਾ ਹੋ ਗਿਆ ਜੀ ਜ਼ਿਆਦਾ। ਢਿੱਲੇ ਉੱਥੇ ਦਵਾ ਦਾ ਇਲਾਜ ਵੀ ਕਰਵਾਇਆ, ਤੇ ਫਿਰ ਉਸ ਤੋਂ ਬਾਅਦ ਬਰਨਾਲੇ ਲਿਆਂਦਾ ਜੀ। ਉਦੋਂ ਬਾਅਦ ਫਿਰ ਉਹਨੇ ਕਿਹਾ ਛੁੱਟੀ ਕਰਤੀ ਜੀ, ਦੁਬਾਰੇ ਫੇਰ ਢਿੱਲਾ ਹੋ ਗਿਆ ਜੀ ਉੱਥੇ ਜਾ ਕੇ। ਹਾਂ ਨਹੀਂ, ਫਿਰ ਉਦੋਂ ਬਾਅਦ ਵਿਚਾਰੇ ਬਸ ਗੱਲ ਆ ਗਈ। ਹਾਂਜੀ ਪੀਜੀਆਈ 'ਚ ਮੈਂ ਹਾਂਜੀ। ਹਾਂਜੀ, ਸੋ ਇਹ ਸਾਰੇ ਇਲਾਕੇ ਦੇ ਨਿਵਾਸੀ, ਜਿਹੜੇ ਪਿੰਡ ਨਿਵਾਸੀ ਮੌਜੂਦ ਨੇ, ਤੇ ਸਾਡੀ ਟੀਮ ਜਿਹੜੀ ਆ ਸਿੰਘ ਸਭਾ ਬਾਰਕਿੰਗ ਫੁੱਟਬਾਲ ਕਲੱਬ ਦੀ ਟੀਮ ਆਈ ਹੋਈ ਹੈ। ਸੋ ਉਹ ਜਿਹੜੀ ਸੇਵਾ ਇਹਨਾਂ ਨੂੰ ਦੇ ਵਾਸਤੇ, ਕਿਉਂਕਿ ਆਰਥਿਕ ਮਦਦ ਜਿਹੜੀ ਉਹ ਬੜੀ ਜ਼ਰੂਰੀ ਹੁੰਦੀ ਹੈ ਤਾਂ ਕਿ ਨਿਰਵਾਹ ਜਿਹੜਾ ਵਾ ਉਹ ਸਹੀ ਚੱਲਦਾ ਰਹੇ। ਇਹਨਾਂ ਦੇ ਪਰਿਵਾਰ 'ਚੋਂ ਕਿਸੇ ਨੂੰ ਸਰਕਾਰੀ ਨੌਕਰੀ ਵਗੈਰਾ ਤਾਂ ਨਹੀਂ? ਫਾਰਮ ਭਰਿਆ ਜੀ, ਹਾਂਜੀ, ਦੋਤਾ ਰੱਖਿਆ ਹੋਇਆ। ਅੱਛਾ, ਦੋਤੇ ਦਾ ਫਾਰਮ ਭਰਿਆ? ਹਾਂਜੀ। ਹਾਂਜੀ, ਆ ਜਾਓ, ਸਮੇਂ ਲੱਗ ਗਿਆ, ਆ ਜਾਓ। ਸੋ 1 ਲੱਖ ਰੁਪਏ ਦੀ ਜਿਹੜੀ ਸਹਾਇਤਾ ਹੈ ਸਿੰਘ ਸਭਾ ਬਾਰਕਿੰਗ ਫੁੱਟਬਾਲ ਕਲੱਬ ਵੱਲੋਂ। ਸੋ ਇਹ ਆਪਾਂ ਦੇਖ ਸਕਦੇ ਹਾਂ ਕਿ ਇਹ ਜੋ ਹੈ, ਇਹਨਾਂ ਦੇ 2 ਬੇਟੇ ਸਨ, ਤੋ ਇੱਕ ਦੀ ਪਹਿਲਾਂ ਡੈਥ ਹੋ ਗਈ, ਤੇ ਦੂਸਰਾ ਜੋ ਹੈ ਇਹ ਮਲਕੀਤ ਸਿੰਘ, ਉਹਦੀ ਡੈਥ ਹੋਣ ਤੋਂ ਬਾਅਦ ਇਹ ਜ਼ਿਆਦਾ ਮਜਬੂਰੀ ਦੇ ਵਿੱਚ ਹੁਣ ਇਹਨਾਂ ਨੇ ਆਪਣਾ ਦੋਹਤਰਾ ਜਿਹੜਾ ਹੈ ਉਹ ਆਪਣੇ ਕੋਲ ਰੱਖਿਆ, ਤੇ ਉਹਦੇ ਵਾਸਤੇ ਅਪਲਾਈ ਕੀਤਾ ਹੈ ਕਿ ਜੇ ਉਹਨੂੰ ਸਰਕਾਰੀ ਜੋਬ ਜਿਹੜੀ ਪੰਜਾਬ ਸਰਕਾਰ ਨੇ ਮਿਥੀ ਸੀ ਜੋ ਮਿਲ ਜਾਏ, ਤੇ ਘਰਾਂ ਪਰਿਵਾਰਾਂ ਦਾ ਗੁਜ਼ਾਰਾ ਜਿਹੜਾ ਥੋੜ੍ਹਾ ਸੌਖਾ ਹੋ ਜਾਏਗਾ। ਕਿਉਂ ਢਿੱਲੋਂ ਸਾਹਿਬ, ਇਹਨਾਂ ਪਰਿਵਾਰਾਂ 'ਚ ਆ ਕੇ ਦੇਖੋ, ਹੈ ਨਾ, ਦੁੱਖ ਤਾਂ ਬਹੁਤ ਜ਼ਿਆਦਾ ਹੁੰਦਾ ਹੈ ਜੀ, ਤੇ ਇੱਥੇ ਸਾਡੇ ਵੱਸ ਕੁਛ ਨਹੀਂ, ਪਰਮਾਤਮਾ ਜੋ ਕਰਦਾ ਉਹ ਮਿੱਠਾ ਪਾਣਾ ਕਰਕੇ ਮੰਨਣਾ ਪੈਂਦਾ ਜੀ। ਤੇ ਜਿੰਨੇ ਕੁ ਅਸੀਂ ਕਰ ਸਕਦੇ ਮਦਦ, ਉਹ ਅਸੀਂ ਆਪਣੀ ਕੋਸ਼ਿਸ਼ ਕਰ ਰਹੇ ਹਾਂ ਇਹ ਪਰਿਵਾਰਾਂ ਤੱਕ ਪਹੁੰਚੇ। ਭਾਈ ਸਾਹਿਬ ਆਪਣੇ ਨਾਲ ਆਏ ਜੀ, ਤੁਹਾਡਾ ਕੀ ਨਾਮ ਜੀ? ਰਣਜੀਤ ਸਿੰਘ ਢਿੱਲੋਂ। ਤੇ ਤੁਸੀਂ ਵੀ ਅੱਜ ਸਾਡੇ ਨਾਲ ਚੱਲਦੇ ਪਏ ਹੋ ਸੇਵਾ ਦੇ ਬਾਰੇ, ਥੋੜ੍ਹਾ ਜਿਹਾ ਤੁਸੀਂ ਵੀ ਆਪਣੇ ਵੱਲੋਂ ਕੋਈ ਵਿਚਾਰ ਦਿੰਦੇ ਜੀ? ਜਿੰਨੀ ਕਿ ਸਾਡੇ ਕੋਲ ਹੋ ਸਕੀ ਇਹਨਾਂ ਪਰਿਵਾਰਾਂ ਵਾਸਤੇ ਹੈਲਪ ਕਰ ਰਹੇ ਹਾਂ, ਤੇ ਮਾਲਕ ਕਿਰਪਾ ਅੱਗੇ ਤੋਂ ਵੀ ਕਰਾਉਂਦਾ ਰਹੇ, ਇਹੋ ਹੀ ਕਹਿ ਸਕਦੇ ਹਾਂ ਆਪਾਂ। ਤੇ ਬਹੁਤ
ਬੁਰੀ ਹਾਲਤ ਆ ਘਰਾਂ ਦੀ, ਦੇਖਦੇ ਆਏ ਆ ਪਿੱਛੇ ਵੀ। ਬਿਲਕੁਲ ਇਹ ਜਿਹੜੇ ਪਰਿਵਾਰ ਨੇ ਬੜੇ ਸੰਘਰਸ਼, ਪਹਿਲਾਂ ਜ਼ਿੰਦਗੀ ਦੇ ਸੰਘਰਸ਼ 'ਚੋਂ ਜੀ ਰਹੇ ਸੀ। ਹਾਂਜੀ ਚੇਅਰਮੈਨ ਸਾਹਿਬ, ਪਹਿਲਾਂ ਸੰਘਰਸ਼ 'ਚ ਸੀਗੇ, ਫਿਰ ਕਿਸਾਨੀ ਸੰਘਰਸ਼ ਸਾਡੀ ਨੇ। ਸੰਗਤ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਟੈਲੀਵਿਜ਼ਨ ਦਾ ਅਸੀਂ ਬਹੁਤ ਧੰਨਵਾਦੀ ਹਾਂ, ਤੇ ਢਿੱਲੋਂ ਸਾਹਿਬ ਦਾ ਜਿਹੜੀ ਤੁਸੀਂ ਗਰੀਬ ਪਰਿਵਾਰ ਦੀ ਮਦਦ ਕਰੀ ਹੈ, ਉਹ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ, ਸੱਚੇ ਪਾਤਸ਼ਾਹ ਹੋਰ ਵੀ ਸ਼ਕਤੀ ਦੇਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਦੇਖ ਸਕਦੇ ਹਾਂ ਕਿ ਕਿਉਂਕਿ ਸਾਡੇ ਵਿਚਾਰ ਇਹ ਸੀ ਫੁੱਟਬਾਲ ਕਲੱਬ ਵੱਲੋਂ ਵੀਰਾਂ ਦਾ ਕਿ ਆਪਾਂ ਉਹਨਾਂ ਪਰਿਵਾਰਾਂ ਤੱਕ ਪਹਿਲਾਂ ਪਹੁੰਚ ਕਰੀਏ ਜਿਹੜੇ ਜ਼ਿਆਦਾ ਜਿਨ੍ਹਾਂ ਦੇ ਹਾਲਾਤ ਟਾਈਟ ਨੇ। ਸੋ ਆਪਾਂ ਦੇਖ ਸਕਦੇ ਹਾਂ ਕਿ ਬੜੀ ਥੋੜ੍ਹੀ ਜਿਹੀ ਜਗ੍ਹਾ 'ਤੇ ਥੋੜ੍ਹਾ ਜਿਹਾ ਸਾਰਾ ਸਿਸਟਮ ਹੈ ਜਿੱਥੇ ਕਿ ਇਹ ਪਰਿਵਾਰ ਰਹਿ ਰਹੇ ਸੀ। ਅਤੇ ਉਹ ਮਲਕੀਤ ਸਿੰਘ ਜੋ ਹੈ ਉਹਦੇ ਚਲਾਣੇ ਤੋਂ ਬਾਅਦ ਕਾਫੀ ਬਜ਼ੁਰਗ ਮਾਤਾ ਪਿਤਾ ਜਿਹੜੇ ਨੇ ਉਹ ਮੈਂ ਸਮਝਦਾ ਕਿ ਇਸ ਉਮਰ 'ਚ ਸਹਾਰੇ ਦੀ ਲੋੜ ਹੁੰਦੀ ਹੈ, ਬੱਚੇ ਸਹਾਰਾ ਬਣਦੇ ਨੇ, ਅਤੇ ਉਹਦੀ ਮਦਦ ਦੇ ਵਾਸਤੇ ਇੱਥੇ ਆਪਾਂ ਪਹੁੰਚੇ ਹਾਂ। ਸੋ ਇਸ ਢੰਗ ਦੇ ਨਾਲ ਇਹਨਾਂ ਪਰਿਵਾਰਾਂ ਦਾ ਜਿਹੜੀ ਕਿਸਾਨੀ ਸੰਘਰਸ਼ ਦੇ ਜਿਨ੍ਹਾਂ ਦੀ ਜ਼ਿੰਦਗੀ ਲੇਖੇ ਲੱਗੀ ਉਹਨਾਂ ਦੇ ਮਦਦ ਦੇ ਵਾਸਤੇ ਅੱਜ ਜਗ੍ਹਾ ਜਗ੍ਹਾ ਜਾ ਰਹੇ ਹਾਂ। ਤੀਸਰੇ ਪਰਿਵਾਰ ਦੀ ਆਪਾਂ ਸੇਵਾ ਕਰ ਪਾਏ ਹਾਂ ਜੀ। ਧਨੌਲੇ ਪਹੁੰਚੇ ਹਾਂ ਜੀ ਅਸੀਂ ਇਸ ਵਕਤ। ਸ਼ਹੀਦ ਜਨਕ ਰਾਜ ਕਾਕੀ ਜੋ ਕਿ ਕਿਸਾਨੀ ਸੰਘਰਸ਼ ਦੇ ਵਿੱਚ ਜਿਨ੍ਹਾਂ ਨੇ ਆਪਣਾ ਯੋਗਦਾਨ ਜਿੱਥੇ ਪਾ ਰਹੇ ਸਨ, ਉੱਥੇ ਰਿਪੇਅਰ ਦਾ ਕੰਮ ਕਰਦੇ ਸੀ ਅਤੇ ਇਹਨਾਂ ਦੀ ਜ਼ਿੰਦਗੀ ਉਸ ਨੂੰ ਕਿਸਾਨੀ ਸੰਘਰਸ਼ ਦੇ ਲੇਖੇ ਲੱਗੀ। ਅਤੇ ਇਸ ਵਕਤ ਉਹਨਾਂ ਦਾ ਬੇਟਾ ਨਾਲ ਉਹਨਾਂ ਦੇ ਘਰੋਂ ਧਰਮ ਸੁਪਤਨੀ AMC ਸਾਹਿਬ ਨੇ ਇੱਥੋਂ ਦੇ, ਸਾਡੇ ਨਾਲ ਧਨੌਲੇ ਤੋਂ ਮਨੀਸ਼ ਕੁਮਾਰ ਬਾਂਸਲ ਜੀ। ਮਨੀਸ਼ ਜੀ ਥੋੜ੍ਹਾ ਜਿਹਾ ਆਪ ਜੀ ਪਹਿਲਾਂ ਸਾਨੂੰ ਦੱਸਦੇ ਜਨਕਰਾਜ ਜੀ ਬਾਰੇ ਜੀ। ਸ਼੍ਰੀ ਜਨਕਰਾਜ ਜੀ ਕਾਕੀ ਇੱਕ ਬਹੁਤ ਹੀ ਮੱਧ ਵਰਗੀ ਪਰਿਵਾਰ ਨੂੰ ਸੰਬੰਧ ਰੱਖਦੇ ਸੀ। ਮੱਧ ਵਰਗੀ ਪਰਿਵਾਰ ਦੇ ਵਿੱਚ ਇਹਨਾਂ ਦੀ ਪਤਨੀ, ਇਹਨਾਂ ਦਾ ਬੇਟਾ ਸਾਹਿਲ ਅਤੇ ਬੇਟੀ ਰੇਖਾ ਜੋ ਕਿ ਮੈਰਿਡ ਹੈ, ਇਹੀ ਇਹਨਾਂ ਦਾ ਪਰਿਵਾਰ ਸੀ। ਇਹ ਸਾਈਕਲ ਰਿਪੇਅਰ ਦਾ ਕੰਮ ਕਰਦੇ ਸੀ। ਜਦੋਂ ਕਿਸਾਨੀ ਸੰਘਰਸ਼ ਚੱਲ ਰਿਹਾ ਸੀ ਤਾਂ ਧਨੌਲੇ ਤੋਂ ਸੰਗਤ ਮਿਸਤਰੀ ਜੀ ਟਰੈਕਟਰਾਂ ਦੀ ਰਿਪੇਅਰ, ਫ੍ਰੀ ਰਿਪੇਅਰ ਵਾਸਤੇ ਉੱਥੇ ਗਏ ਸੀਗੇ ਸਿੰਘੂ ਬਾਰਡਰ 'ਤੇ। ਤਾਂ ਇਹਨਾਂ ਨੂੰ ਕਿਹਾ ਵੀ ਜਨਕਰਾਜ ਜੀ ਤੁਸੀਂ ਵੀ ਸਾਡੇ ਨਾਲ ਚੱਲੋ ਅਤੇ ਸੇਵਾ ਕਰੋ, ਅਤੇ ਉਹਨਾਂ ਨੇ ਵੀ ਕਿਹਾ, ਇਹਨਾਂ ਦੀ ਆਪਦੀ ਵੀ ਇੱਛਾ ਸੀ, ਆਪ ਜਾਣਾ ਚਾਹੁੰਦੇ ਸੀ। ਪਿੱਛੋਂ ਪਰਿਵਾਰ ਬੇਸ਼ੱਕ ਮਤਲਬ ਕਿ ਇਹਦੇ ਵਿੱਚ ਰੁਕਾਵਟ ਬਣਦਾ ਹੁੰਦਾ, ਪਰ ਇਹਨਾਂ ਨੇ ਵੀ ਹੱਲਾਸ਼ੇਰੀ ਦੇ ਕੇ ਉਹਨਾਂ ਨੂੰ ਭੇਜਿਆ ਵੀ ਡੈਡੀ ਤੁਹਾਡਾ ਇਹ ਬਹੁਤ ਵਧੀਆ ਕੰਮ ਹੈ ਅਤੇ ਤੁਸੀਂ ਜਾ ਰਹੇ ਹੋ ਅਤੇ ਅਸੀਂ ਵੀ ਤੁਹਾਨੂੰ ਦੁਆਵਾਂ ਦਿੰਦੇ ਹਾਂ, ਸਾਡੀਆਂ ਵੀ ਦੁਆਵਾਂ ਨਾਲ ਨੇ ਅਤੇ ਤੁਸੀਂ ਜਾਓ। ਪਰ ਇਹਨਾਂ ਨੂੰ ਨਹੀਂ ਪਤਾ ਸੀ ਵੀ ਸ਼ਾਇਦ ਆਖਰੀ ਵਾਰ ਇਹ ਹੁਣ ਸਾਨੂੰ ਮਿਲ ਰਹੇ ਨੇ। ਅਤੇ ਉੱਥੇ ਇਹ ਗਏ, ਉੱਥੇ ਰਿਪੇਅਰ ਦਾ ਕੰਮ ਕਰਦੇ ਸੀ ਜੋ ਇਹ ਜਾਣਦੇ ਸੀਗੇ ਕਿਸਾਨੀ ਸੰਘਰਸ਼ ਦੀ ਮਦਦ ਦੇ ਵਿੱਚ। ਅਤੇ ਉੱਥੇ ਇੱਕ ਕਾਰ ਨੂੰ ਅੱਗ ਲੱਗ ਗਈ ਜਿਹਦੇ ਵਿੱਚ ਇਹ ਜਲ ਕੇ ਸ਼ਹੀਦ ਹੋ ਗਏ ਅਤੇ ਵਾਪਸ ਨਹੀਂ ਆਏ। ਪਿੱਛੇ ਆਪਣਾ ਪਰਿਵਾਰ ਦੇ ਵਿੱਚ ਬੱਚਾ ਅਤੇ ਉਹ ਗੁੜੀਆ ਅਤੇ ਆਂਟੀ ਜੀ ਸਾਡੇ ਇਹ ਰਹਿ ਗਏ ਸੀਗੇ। ਅਤੇ ਬਹੁਤ ਇਹਨਾਂ ਨੇ ਮਨ ਸਿੱਟਿਆ, ਪਰ ਧੰਨਵਾਦ ਕਰਦੇ ਹਾਂ ਸਾਰੀਆਂ ਹੀ ਸੰਸਥਾਵਾਂ ਦਾ ਜਿਨ੍ਹਾਂ ਨੇ ਮਤਲਬ ਕਿ ਇੱਕ ਪਰਿਵਾਰ ਸਮਝਦੇ ਹੋਏ, ਇਹਨਾਂ ਨੂੰ ਆਪਦੇ ਬੱਚੇ ਸਮਝਦੇ ਹੋਏ ਇਹਨਾਂ ਨੂੰ ਹੌਸਲਾ ਦਿੱਤਾ ਅਤੇ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ। ਜਿੱਥੇ ਧਨੌਲਾ ਸ਼ਹਿਰ ਦੇ ਲੋਕ ਖੜ੍ਹੇ ਅਤੇ ਬਾਹਰਲੀਆਂ ਸੰਸਥਾਵਾਂ ਨੇ, ਵਿਸ਼ੇਸ਼ ਤੌਰ 'ਤੇ ਕਿਸਾਨ ਯੂਨੀਅਨ ਉਗਰਾਹਾਂ ਨੇ ਵੀ ਇਹਨਾਂ ਨੂੰ ਸਪੋਰਟ ਕੀਤਾ ਨੌਕਰੀ ਦਿਵਾਉਣ ਤੱਕ। ਅਤੇ ਅੱਜ ਸਾਡੇ ਕੋਲ ਵਿਸ਼ੇਸ਼ ਤੌਰ 'ਤੇ ਪਹੁੰਚੇ ਨੇ ਸਿੰਘ ਸਭਾ ਵਰਕਿੰਗ ਫੁੱਟਬਾਲ ਕਲੱਬ ਵੱਲੋਂ ਸਰਦਾਰ ਬਲਦੇਵ ਸਿੰਘ ਢਿੱਲੋਂ ਜੀ ਅਤੇ ਉਹਨਾਂ ਦੀ ਪੂਰੀ ਟੀਮ। ਅੱਜ ਪਰਿਵਾਰ ਨੂੰ ਦੋ ਸ਼ਬਦ ਇਹਨਾਂ ਦੀ ਦੁੱਖ ਦੀ ਘੜੀ ਵਿੱਚ ਦੁੱਖ ਬਣਾਉਣ ਵਾਸਤੇ ਆਏ ਨੇ ਅਤੇ ਇਹਨਾਂ ਨੂੰ ਮਾਲੀ ਮਦਦ ਕਰਨ ਵਾਸਤੇ ਆਏ ਨੇ। ਮੈਂ ਤਹਿ ਦਿਲੋਂ ਧਨੌਲਾ ਸ਼ਹਿਰ ਨਿਵਾਸੀਆਂ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ, ਜਿਸ ਤਰ੍ਹਾਂ ਤੁਸੀਂ ਅੱਜ ਬੇਸਹਾਰਾ ਪਰਿਵਾਰ ਨੂੰ ਹੌਸਲਾ ਦਿੱਤਾ ਅਤੇ ਵਾਹਿਗੁਰੂ ਸੱਚੇ ਪਾਤਸ਼ਾਹ ਹਮੇਸ਼ਾ ਤੁਹਾਡੇ ਜਿਹੜੇ ਖਜ਼ਾਨੇ ਨੇ ਉਹ ਅੰਨ ਨਾਲ ਭਰਪੂਰ ਰੱਖਣ, ਹਮੇਸ਼ਾ ਤੁਹਾਨੂੰ ਤੰਦਰੁਸਤੀਆਂ ਬਖਸ਼ਣ ਅਤੇ ਚੜ੍ਹਦੀ ਕਲਾ ਵਿੱਚ ਰੱਖਣ। ਇਹਨਾਂ ਦਾ ਬੇਟਾ ਕੀ ਨਾਮ ਤੁਹਾਡਾ? ਮੇਰਾ ਨਾਮ ਸਾਹਿਲ ਹੈ ਜੀ। ਸਾਹਿਲ, ਹੁਣ ਜੌਬ ਜਿਹੜੀ ਪਤਾ ਲੱਗਿਆ ਕਿ ਮਿਲੀ ਹੈ, ਕਿੱਥੇ ਮਿਲੀ ਹੈ? ਜੋਬ ਮੈਨੂੰ ਬਰਨਾਲੇ ਮਿਲੀ ਜੀ, DC ਆਫਿਸ ਦੇ ਵਿੱਚ। ਇਹ ਕਲੈਰੀਕਲ ਜੋਬ ਹੈ ਅਤੇ ਜੋ ਪੰਜਾਬ ਸਰਕਾਰ ਨੇ ਮੈਨੂੰ ਦੇ ਦਿੱਤੀ ਸੀ 3 ਮਹੀਨੇ ਪਹਿਲਾਂ। ਕਦੋਂ ਤੋਂ ਜੁਆਇਨ ਕੀਤਾ? ਤਕਰੀਬਨ 3 ਮਹੀਨੇ ਹੋ ਚੁੱਕੇ ਆ ਜੀ ਜੁਆਇਨ ਕੀਤੇ ਨੂੰ ਜੀ। ਇਹ ਵੀ ਮੈਂ ਸਮਝਦਾ ਕਿ ਢਿੱਲੋਂ ਸਾਹਿਬ ਇਹ ਅੱਛੀ ਇੱਕ ਪੰਜਾਬ ਸਰਕਾਰ ਦੀ, ਕਿ ਕਿਉਂਕਿ ਐਜੂਕੇਸ਼ਨ ਅੱਛੀ ਸੀ। ਕਿੰਨੀ ਐਜੂਕੇਸ਼ਨ ਤੁਹਾਡੀ? ਮੇਰੀ BA BEd ਹੈ ਜੀ। BA BEd ਕੀਤੀ ਸੀ ਨਾ, ਇਹਨਾਂ ਨੂੰ ਕਲੈਰੀਕਲ ਜੌਬ ਮਿਲ ਗਈ ਇੱਥੇ ਨਾ। ਹਾਂਜੀ, ਉਪਰਾਲਾ ਇਹ ਹੈਗਾ ਜੀ, ਜਿੱਦਾਂ ਤੁਸੀਂ ਕਰ ਰਹੇ ਆ ਨਾ, ਇਹ ਪ੍ਰੈਸ਼ਰਾਈਜ਼ ਕਰਕੇ ਗੌਰਮੈਂਟਾਂ ਨੂੰ ਮਨਾਉਣਾ ਪੈਂਦਾ ਆ
ਇਹ ਸਭ ਕੁਝ ਆਪਾਂ ਮੀਡੀਆ ਦੇ ਨਾਲ ਰਲ ਕੇ ਤੇ ਉਹ ਕੰਮ ਹੋਇਆ ਹੈ। ਤੇ ਸਭ ਨੂੰ ਵੱਡੀ ਗੱਲ ਹੈਗੀ ਆ ਵੀ ਅਸੀਂ ਧੰਨਵਾਦ ਕਰਦੇ ਹਾਂ ਸੰਗਤ ਚੈਨਲ ਦਾ ਤੇ ਭਾਜੀ ਰਣਧੀਰ ਸਿੰਘ ਦਾ ਤੇ ਔਰ ਤੁਹਾਡਾ ਖੁਦ, ਜਿਨ੍ਹਾਂ ਨੇ ਇਟਸ ਐਕਚੁਅਲੀ ਮੇਡ ਇਟ ਪੋਸੀਬਲ ਵੀ ਜਿਹੜਾ ਪੈਸਾ ਤਾਂ ਸਾਡੇ ਕੋਲ ਪਿਆ ਸੀਗਾ ਟੂ ਗੈਟ ਇਟ ਟੂ ਦ ਰਾਈਟ ਪਲੇਸਿਸ, ਉਹ ਬੜੀ ਮੁਸ਼ਕਲ ਆਉਂਦੀ। ਤੇ ਥੈਂਕ ਯੂ ਤੁਹਾਡਾ ਬਹੁਤ ਬਹੁਤ, ਤੇ ਪਰਮਾਤਮਾ ਤੁਹਾਨੂੰ ਇੱਦਾਂ ਹੀ ਚੜ੍ਹਦੀ ਕਲਾ ਦੇ ਵਿੱਚ ਰੱਖੇ। ਬਿਲਕੁਲ, ਇਹ ਸੰਗਤ ਟੀਵੀ ਦਾ ਜਾਂ ਸਾਡਾ ਟਰਸਟ ਦਾ ਸਾਨੂੰ ਸਦਾ ਹੀ ਇਹ ਹੁੰਦਾ ਹੈ ਕਿ ਕਿਉਂਕਿ ਕਾਰਜ ਸੰਗਤ ਦੇ ਹੁੰਦੇ ਨੇ ਸਾਰੇ, ਸੰਗਤ ਟੀਵੀ ਵੀ ਸੰਗਤ ਦਾ, ਤੇ ਅਸੀਂ ਕਦੀ ਵੀ ਕੋਈ ਇਨਫੋਰਮੇਸ਼ਨ ਨੂੰ ਹਾਈਡ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਸਗੋਂ ਅਸੀਂ ਤਾਂ ਪ੍ਰੋਤਸਾਹਿਤ ਕਰਦੇ ਹਾਂ। ਤੁਸੀਂ ਅੱਜ ਆਏ ਹੋ, ਅਸੀਂ ਚਾਹਾਂਗੇ ਕਿ ਕੋਈ ਹੋਰ ਵੀ ਆਉਣ, ਤੇ ਕਿਉਂਕਿ ਇਹਨਾਂ ਪਰਿਵਾਰਾਂ ਨੂੰ ਇੱਕ ਗੱਲ ਮਹਿਸੂਸ ਹੋਣੀ ਚਾਹੀਦੀ ਹੈ ਕਿ ਹਾਂ ਸਾਡੇ ਫਾਦਰ ਸਾਹਿਬ ਨੇ ਕੁਰਬਾਨੀ ਦਿੱਤੀ ਹੈ ਕਿਸੇ ਨੋਬਲ ਕਾਜ਼ ਵਾਸਤੇ, ਤੇ ਸਾਰਾ ਭਾਈਚਾਰਾ, ਪੰਜਾਬੀ ਭਾਈਚਾਰਾ ਚਾਹੇ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠਾ ਹੈ, ਉਹ ਇਹਨਾਂ ਦੇ ਨਾਲ ਖੜਾ ਹੈ। ਸੋ ਇਹ ਭਾਵਨਾ ਜਿਹੜੀ ਹੈ ਨਾ, ਇਹ ਸਾਡੀ ਪੰਜਾਬੀਅਤ ਦੇ ਹੋਰ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਏਗੀ। ਕਿਉਂ ਵੀਰ ਜੀ, ਤੁਸੀਂ ਕੀ ਸਮਝਦੇ ਹੋ? ਜਿਸ ਢੰਗ ਦੇ ਨਾਲ ਦੇਖੋ, ਤੁਸੀਂ ਵੀ ਆਏ ਹੋ ਇੰਨੀ ਦੂਰੋਂ, ਕਾਫੀ ਤੁਸੀਂ ਕਰਕੇ ਆਏ ਹੋ। ਚਲੋ ਜੀ, ਸਾਰੇ ਭਰਾਵਾਂ ਨੇ ਇਕੱਠੇ ਹੋ ਕੇ ਜਿੰਨੀ ਕੁ ਕੋਸ਼ਿਸ਼ ਕੀਤੀ ਆ ਕਿ ਜਿੰਨੀ ਮਦਦ ਹੋ ਸਕੇ ਇਹਨਾਂ ਦੀ, ਆਪਾਂ ਇਹਨਾਂ ਦੇ ਨਾਲ ਖੜੇ ਹੋਈਏ ਸਾਰੇ ਜਣੇ, ਤੇ ਪਰਮਾਤਮਾ ਹੋਰ ਵੀ ਪਰਿਵਾਰਾਂ ਨੂੰ ਇੱਦਾਂ ਦੀ ਮਦਦ ਕਰਨ ਦਾ ਉਪਰਾਲਾ। ਸੋ ਬਿਲਕੁਲ, ਹਾਂਜੀ, ਐਸੇ ਉਪਰਾਲੇ ਜਿਹੜੇ ਨੇ ਬੜੇ ਜ਼ਰੂਰੀ ਹੁੰਦੇ ਨੇ, ਤਾਂ ਕਿ ਜਿਹਦੇ ਨਾਲ ਇੱਕ ਉਹ ਟਰਮ ਆਉਂਦੀ ਇੰਗਲਿਸ਼ ਦੇ ਵਿੱਚ ਕਿ ਫੀਲਿੰਗ ਆਫ ਬਿਲੋਂਗਿੰਗਨੈਸ, ਕਿ ਅਸੀਂ ਕਿਸੇ ਫਿਰਕੇ ਨੂੰ ਬਿਲੋਂਗ ਕਰਦੇ ਹਾਂ, ਸਾਡਾ ਕੋਈ ਹੈਗਾ। ਤੇ ਅੱਜ ਕਿਉਂ ਸਾਹਿਲ, ਤੁਹਾਨੂੰ ਇਹ ਗੱਲ ਮੈਂ ਸਮਝਦਾ ਥੋੜ੍ਹੀ ਜਿਹੀ ਮਹਿਸੂਸ ਹੁੰਦੀ ਹੋਣੀ ਕਿ ਹਾਂ ਮੇਰੇ ਫਾਦਰ ਨੇ ਜਿਹੜੀ ਕੁਰਬਾਨੀ ਕੀਤੀ ਉਹ ਕਿਸੇ ਲੇਖੇ ਲੱਗੀ ਹੈ। ਜੀ ਜੀ ਜੀ, ਇਹ ਮੈਨੂੰ ਜ਼ਰੂਰ ਮਹਿਸੂਸ ਹੁੰਦੀ ਰਹੂਗੀ, ਮਰਦੇ ਦਮ ਤੱਕ ਮੈਨੂੰ ਮਹਿਸੂਸ ਹੁੰਦੀ ਰਹਿਣੀ ਹੈ ਇਹ ਗੱਲ। ਤੇ ਸਭ ਤੋਂ ਵੱਡੀ ਗੱਲ ਹੈ ਕਿ ਮੈਨੂੰ ਇਹ ਮਾਣ ਮਿਲਿਆ ਕਿ ਮੈਂ ਪੰਜਾਬ ਦੇ ਵਿੱਚ ਜਨਮ ਲਿਆ, ਤੇ ਮੇਰੇ ਨਾਲ ਸਾਰਾ ਪੰਜਾਬ ਖੜਿਆ ਜੀ। ਭੈਣ ਜੀ, ਤੁਸੀਂ ਕੁਝ ਦੋ ਲਫ਼ਜ਼ ਕਹਿਣਾ ਚਾਹੋਗੇ ਇਸ ਵੇਲੇ? ਸੋ ਇਹ ਜਿਹੜੀ ਸਾਡੇ ਵੀਰ ਸੇਵਾ ਲੈ ਕੇ ਆਏ ਨੇ ਸਿੰਘ ਸਭਾ ਬਾਰਕਿੰਗ ਫੁੱਟਬਾਲ ਕਲੱਬ ਤੋਂ, ਉਹ ਇਸ ਵਕਤ ਪਰਿਵਾਰ ਨੂੰ ਜਿਹੜੀ ਆ ਭੇਟ ਕੀਤੀ ਜਾ ਰਹੀ ਹੈ। ਤੇ ਨਾਲ ਹੀ ਇਹ 1 ਲੱਖ ਰੁਪਏ ਦੀ ਸਹਾਇਤਾ ਜੋ ਹੈ ਪਰਿਵਾਰ ਨੂੰ ਭੇਟ ਕੀਤੀ ਜਾ ਰਹੀ ਹੈ ਜੀ ਸਿੰਘ ਸਭਾ ਬਾਰਕਿੰਗ ਫੁੱਟਬਾਲ ਕਲੱਬ ਵੱਲੋਂ। ਸੋ ਮੈਂ ਸਮਝਦਾ ਕਿ ਬਹੁਤ ਵਧੀਆ ਉਪਰਾਲਾ ਇਹਨਾਂ ਸਾਰੇ ਵੀਰਾਂ ਦਾ। ਤੇ ਜਿਹੜੀ ਟੀਮ ਉੱਥੇ ਪਿੱਛੇ UK ਦੇ ਵਿੱਚ ਹੈ, ਅਸੀਂ ਉਹਨਾਂ ਨੂੰ ਵੀ ਇਸ ਗੱਲ ਦੇ ਵਾਸਤੇ ਮੁਬਾਰਕਬਾਦ ਦਿੰਦੇ ਹਾਂ ਕਿ ਤੁਹਾਡੀ ਨੇਕ ਸੋਚ ਤੇ ਤੁਹਾਡੀ ਟੀਮ ਦਾ ਇਹ ਨੇਕ ਕਾਰਜ ਜਿਹੜਾ ਇੱਥੇ ਤੁਹਾਡੇ ਸਾਹਮਣੇ ਹੋ ਰਿਹਾ। ਸੋ ਇੱਕ ਬੜਾ ਹੀ ਕੁਰਬਾਨੀ ਵਾਲਾ ਪਰਿਵਾਰ ਜਿਹਦੀ ਕਿ ਆਪਾਂ ਮਦਦ ਕਰ ਪਾ ਰਹੇ ਹਾਂ ਇਸ ਮੌਕੇ 'ਤੇ ਜੀ।